गुरु जी का खालसा वाहिगुरु जी की फतेह। Today we are going to start chapter number 7, which is the cell. In this chapter we are going to study about the discovery of the cell, organization of cells in organisms, variety in number, shape and size of cells, cell structure and function, comparison of plant and animal cells, prokaryotic and eukaryotic cells. So, in the introductory part, we are going to study that we live in a world that has a large variety of organisms. These organisms may have many similarities as well as dissimilarities. Some aspects in which they differ are: number one is size, number two is appearance, number three is color and habitat. ਬੇਟਾ ਆਪਾਂ ਸਭ ਨੂੰ ਪਤਾ ਹੈ ਕਿ ਜਿਸ ਸੰਸਾਰ ਦੇ ਵਿੱਚ ਆਪਾਂ ਰਹਿੰਦੇ ਹਾਂ, ਠੀਕ ਹੈ, ਇੱਥੇ ਬਹੁਤ ਸਾਰੀਆਂ ਲਿਵਿੰਗ ਥਿੰਗਸ ਅਤੇ ਨੋਨ ਲਿਵਿੰਗ ਥਿੰਗਸ ਜਿਹੜੀਆਂ ਉਹ ਮੌਜੂਦ ਨੇ। ਠੀਕ ਹੈ, ਲਿਵਿੰਗ ਥਿੰਗਸ ਦੇ ਵਿੱਚ ਜਿਹੜੇ ਆ ਲਿਵਿੰਗ ਔਰਗੈਨਿਜ਼ਮਸ, ਦੇਅਰ ਆਰ ਲਾਰਜ ਨੰਬਰ ਆਫ ਲਿਵਿੰਗ ਔਰਗੈਨਿਜ਼ਮਸ ਪ੍ਰੈਜ਼ੈਂਟ ਇਨ ਦਿਸ ਵਰਲਡ। ਉਹਨਾਂ ਲਿਵਿੰਗ ਔਰਗੈਨਿਜ਼ਮਸ ਦੇ ਵਿੱਚ ਕਾਫੀ ਸਾਰੀਆਂ ਸਿਮਿਲੈਰਿਟੀਜ਼, ਠੀਕ ਹੈ, ਸਮਾਨਤਾਵਾਂ ਜਿਹਨੂੰ ਕਹਿ ਦਿੰਦੇ ਆਪਾਂ, ਅਤੇ ਡਿਸਸਿਮਿਲੈਰਿਟੀਜ਼। ਠੀਕ ਹੈ, ਵੱਖਰਾਪਨ ਅਤੇ ਸਮਾਨਤਾਵਾਂ ਜਿਹੜੀਆਂ ਉਹਨਾਂ ਸਾਰੀਆਂ ਜਿਹੜੀਆਂ ਔਰਗੈਨਿਜ਼ਮਸ ਨੇ ਉਹ ਸਾਰੇ ਉਹਨਾਂ 'ਚ ਮਿਲਦੀਆਂ। ਜਿਵੇਂ ਕਿ ਸਾਈਜ਼ ਦੇ ਤੌਰ 'ਤੇ ਆਪਾਂ ਦੇਖ ਲਈਏ ਤਾਂ ਔਰਗੈਨਿਜ਼ਮਸ ਜਿਹੜੇ ਆ ਉਹ ਮਾਈਕਰੋਸਕੋਪਿਕ ਅਤੇ ਮੈਕਰੋਸਕੋਪਿਕ ਦੋ ਤਰ੍ਹਾਂ ਦੇ ਹੁੰਦੇ ਆ। ਮਾਈਕਰੋਸਕੋਪਿਕ ਵਿੱਚ ਜਿਨ੍ਹਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ ਹੈ। ਠੀਕ ਹੈ, ਜਿਵੇਂ ਕਿ ਆਪਾਂ ਮਾਈਕਰੋ ਔਰਗੈਨਿਜ਼ਮਸ ਚੈਪਟਰ ਜਿਹੜਾ ਉਹ ਪੜ੍ਹਿਆ, ਉਹਦੇ 'ਚ ਆਪਾਂ ਦੇਖਿਆ ਬੈਕਟੀਰੀਆ, ਫੰਜਾਈ, ਠੀਕ ਹੈ, ਦੈਨ ਇਜ਼ ਐਲਗੀ, ਠੀਕ ਹੈ, ਇਹ ਸਾਰੇ ਯੀਸਟ ਵਗੈਰਾ, ਪ੍ਰੋਟੋਜ਼ੋਆ, ਇਹ ਸਾਰੇ ਕੀ ਹੈਗੇ ਆ, ਮਾਈਕਰੋਸਕੋਪਿਕ ਔਰਗੈਨਿਜ਼ਮਸ। ਐਂਡ ਔਨ ਦਾ ਅਦਰ ਹੈਂਡ ਮੈਕਰੋਸਕੋਪਿਕ ਔਰਗੈਨਿਜ਼ਮਸ ਉਹ ਹੁੰਦੇ ਆ ਜਿਹੜੇ ਜਿਵੇਂ ਕਿ ਵੱਡੇ ਸਾਈਜ਼ 'ਚ ਹੁੰਦੇ, ਜਿਹੜੇ ਪਲਾਂਟਸ ਹੋ ਗਏ, ਐਨੀਮਲਸ ਹੋ ਗਏ। ਠੀਕ ਹੈ, ਇਹਨਾਂ ਦੀ ਐਗਜ਼ਾਮਪਲਸ ਜਿਹੜੀਆਂ ਆਪਾਂ ਨੂੰ ਮਿਲਦੀਆਂ ਉਹ ਜਿਵੇਂ ਕਿ ਟਾਈਗਰ, ਹਿਊਮਨ ਬੀਇੰਗ, ਆਲਸੋ ਮੈਕਰੋਸਕੋਪਿਕ ਔਰਗੈਨਿਜ਼ਮ। ਠੀਕ ਹੈ, ਟਾਈਗਰ ਹੋ ਗਿਆ, ਲਾਇਨ ਹੋ ਗਿਆ, ਠੀਕ ਹੈ, ਬਰਡਸ, ਇਹ ਸਾਰੇ ਮੈਕਰੋਸਕੋਪਿਕ ਐਨੀਮਲਸ। ਠੀਕ ਹੈ, ਹੁਣ ਅਪੀਅਰੈਂਸ ਜਿਹੜੀ ਆ ਉਹਦੇ ਬੇਸ 'ਤੇ ਵੱਖ-ਵੱਖ ਔਰਗੈਨਿਜ਼ਮਸ ਜਿਹੜੇ ਆ, ਕੋਈ ਮੋਟਾ ਹੋਏਗਾ, ਕੋਈ ਪਤਲਾ ਹੋਏਗਾ, ਕੋਈ ਛੋਟਾ ਹੋਏਗਾ, ਕੋਈ ਲੰਬਾ ਹੋਏਗਾ। ਠੀਕ ਹੈ, ਕਲਰ ਦੇ ਬੇਸ 'ਤੇ ਕੋਈ ਬਰਾਈਟ ਹੋਏਗਾ, ਕੋਈ ਡਾਰਕ ਹੋਏਗਾ, ਕੋਈ ਲਾਈਟ ਹੋਏਗਾ, ਠੀਕ ਹੈ, ਕੋਈ ਡਲ ਹੋਏਗਾ। ਇਸ ਤਰ੍ਹਾਂ ਕਲਰ ਦੇ ਬੇਸ 'ਤੇ ਵੀ ਅਲੱਗ-ਅਲੱਗ ਤਰ੍ਹਾਂ ਦੇ ਔਰਗੈਨਿਜ਼ਮਸ ਮਿਲਦੇ ਆ। ਹੈਬੀਟੈਟ ਉਹਨਾਂ ਦੀ, ਠੀਕ ਹੈ, ਉਹ ਕਿੱਥੇ ਰਹਿੰਦੇ ਆ, ਅਕਵੈਟਿਕ ਜਿਹੜੇ ਪਾਣੀ 'ਚ ਰਹਿਣ ਵਾਲੇ, ਟੈਰੈਸਟਰੀਅਲ ਲੈਂਡ ਦੇ ਉੱਤੇ ਰਹਿਣ ਵਾਲੇ, ਏਰੀਅਲ ਜਿਹੜੇ ਹਵਾ 'ਚ, ਠੀਕ ਹੈ, ਐਰਬੋਰੀਅਲ, ਠੀਕ ਹੈ, ਜਿਹੜੇ ਜ਼ਿਆਦਾ ਸਮਾਂ ਆਪਣਾ ਕਿੱਥੇ ਬਤੀਤ ਕਰਦੇ ਆ, ਰੁੱਖਾਂ ਦੇ ਵਿੱਚ, ਜਿਵੇਂ ਲਿਊਪਰਡ ਹੋ ਗਿਆ, ਠੀਕ ਹੈ, ਸਕੁਐਰਲ ਹੋ ਗਈ, ਠੀਕ ਹੈ, ਇੱਦਾਂ ਦੇ ਜਿਹੜੇ ਐਨੀਮਲਸ ਆ ਉਹ ਐਰਬੋਰੀਅਲ ਹੁੰਦੇ ਆ। ਠੀਕ ਹੈ, ਦਾ ਕਾਮਨ ਫੀਚਰਸ ਦੈਟ ਆਲ ਦਾ ਔਰਗੈਨਿਜ਼ਮਸ ਪ੍ਰੋਜੈਸ ਆਰ, ਹੁਣ ਇਹਨਾਂ ਸਾਰਿਆਂ ਦੇ ਵਿੱਚ ਕਾਮਨ ਫੀਚਰ ਕਿਹੜਾ ਆ, ਸਾਂਝਾ ਜਿਹੜਾ ਸਾਰਿਆਂ 'ਚ ਮਿਲਦਾ ਹੈ। ਆਲ ਆਫ ਦੈਮ ਰਿਕੁਆਇਰ ਫੂਡ, ਏਅਰ ਐਂਡ ਵਾਟਰ ਟੂ ਰਿਮੇਨ ਅਲਾਈਵ। ਸਾਰੇ ਲਿਵਿੰਗ ਔਰਗੈਨਿਜ਼ਮਸ ਜਿਹੜੇ ਆ ਉਹਨਾਂ ਨੂੰ ਹਵਾ, ਭੋਜਨ ਅਤੇ ਪਾਣੀ ਜਿਹੜਾ ਜਿੰਦਾ ਰਹਿਣ ਲਈ ਜ਼ਰੂਰੀ ਚਾਹੀਦਾ। ਦੇ ਰਿਸਪੌਂਡ ਟੂ ਐਕਸਟਰਨਲ ਇਨਵਾਇਰਮੈਂਟ ਐਂਡ ਸਟਿਮੁਲਾਈ, ਉਹ ਆਪਣੇ ਬਾਹਰੀ ਵਾਤਾਵਰਨ ਅਤੇ ਬਾਹਰੀ ਜਿਹੜੇ ਸਟਿਮੂਲਸ ਉਹਨਾਂ ਨੂੰ ਮਿਲਦੇ ਆ ਉਹਨਾਂ ਨੂੰ ਰਿਸਪੌਂਡ ਕਰਦੇ ਆ। ਠੀਕ ਹੈ, ਦੇ ਗਰੋ ਮਤਲਬ ਉਹਨਾਂ ਦਾ ਉੱਤਰ ਦਿੰਦੇ ਆ, ਠੀਕ ਹੈ ਨਾ। ਦੇ ਗਰੋ ਐਂਡ ਰੀਪਰੋਡਿਊਸ, ਅਤੇ ਉਹ ਸਮੇਂ ਦੇ ਨਾਲ ਕੀ ਹੈ ਉਹ ਵੱਧਦੇ ਆ, ਠੀਕ ਹੈ, ਗਰੋ ਕਰਦੇ ਆ, ਠੀਕ ਹੈ, ਰੀਪਰੋਡਿਊਸ ਕਰਦੇ ਆ, ਠੀਕ ਹੈ, ਆਪਣੀਆਂ ਆਉਣ ਵਾਲੀਆਂ ਨਵੀਆਂ ਜਨਰੇਸ਼ਨਸ ਜਿਹੜੀਆਂ ਉਹ ਪੈਦਾ ਕਰਦੇ ਆ। ਠੀਕ ਹੈ, all these vital activities which allow the organisms to live are performed by the basic unit of their structure called the cell। ਇਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਆਪਾਂ ਉੱਪਰ ਪੜ੍ਹੀਆਂ ਇਹ ਕਰਨ ਵਾਸਤੇ, ਇਹਨਾਂ ਨੂੰ ਪਰਫੋਰਮ ਕਰਨ ਵਾਸਤੇ, ਠੀਕ ਹੈ ਬੇਟਾ, ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਸਾਰੇ ਔਰਗੈਨਿਜ਼ਮਸ ਨੇ ਉਹਨਾਂ 'ਚ ਇੱਕ ਬੇਸਿਕ ਯੂਨਿਟ ਹੁੰਦਾ, ਠੀਕ ਹੈ, ਜਿਹੜਾ ਉਹਨਾਂ ਦੀ ਬੋਡੀ ਦੇ ਸਟਰਕਚਰ ਦਾ ਇੱਕ ਬੇਸਿਕ ਯੂਨਿਟ ਹੁੰਦਾ ਜਿਹਨੂੰ ਆਪਾਂ ਕੀ ਬੋਲਦੇ ਹਾਂ, ਸੈੱਲ। ਸੋ ਦਾ ਡੈਫੀਨੇਸ਼ਨ ਆਫ ਸੈੱਲ ਇਜ਼ ਅ ਸੈੱਲ ਇਜ਼ ਦਾ ਬੇਸਿਕ ਯੂਨਿਟ ਆਫ ਸਟਰਕਚਰ ਐਂਡ ਫੰਕਸ਼ਨ ਆਫ ਐਨ ਔਰਗੈਨਿਜ਼ਮਸ। ਇਹਦਾ ਮਤਲਬ ਕਿਸੇ ਵੀ ਔਰਗੈਨਿਜ਼ਮਸ ਦਾ, ਚਾਹੇ ਉਹ ਮੈਕਰੋਸਕੋਪਿਕ ਆ, ਚਾਹੇ ਉਹ ਮਾਈਕਰੋਸਕੋਪਿਕ ਆ, ਠੀਕ ਹੈ,
ਉਹਦਾ ਬੇਸਿਕ ਜਿਹੜਾ ਯੂਨਿਟ ਆ, ਇੱਕ ਯੂਨਿਟ, ਠੀਕ ਹੈ, ਉਹਦੀ ਸਟਰਕਚਰ ਤੇ ਉਹਦੇ ਫੰਕਸ਼ਨ ਦਾ ਬੇਸਿਕ ਯੂਨਿਟ ਜਿਹੜਾ, ਠੀਕ ਹੈ, ਉਹ ਕੀ ਆ, ਆਰਗੈਨਿਜ਼ਮ ਦਾ ਸੈੱਲ, ਠੀਕ ਹੈ। ਨਾਓ ਇਨ ਅਦਰ ਵਰਡਸ ਇਟ ਇਜ਼ ਦਾ ਸਮੈਲੈਸਟ ਸਬ ਡਿਵੀਜ਼ਨ ਆਫ ਐਨ ਆਰਗੈਨਿਜ਼ਮਸ। ਜੇ ਆਪਾਂ ਇੱਕ ਆਰਗੈਨਿਜ਼ਮਸ ਨੂੰ ਦੇਖੀਏ, ਠੀਕ ਹੈ, ਇੱਕ ਆਰਗੈਨਿਜ਼ਮ ਲੈ ਲਈਏ, ਠੀਕ ਹੈ, ਹੁਣ ਉਹਦੀ ਸਭ ਤੋਂ ਛੋਟੀ ਜਿਹੜੀ ਸਬ ਡਿਵੀਜ਼ਨ ਆ ਉਹ ਕੀ ਹੋਏਗੀ, ਸੈੱਲ। ਉਹਨੂੰ ਆਪਾਂ ਡਿਵਾਈਡ ਕਰਦੇ ਜਾਈਏ ਉਹਦੀ ਅਲੱਗ-ਅਲੱਗ ਪਾਰਟਸ ਦੇ ਵਿੱਚ, ਠੀਕ ਹੈ। ਸਭ ਤੋਂ ਛੋਟਾ ਜਿਹੜਾ ਉਹਦਾ ਪਾਰਟ ਬਣੇਗਾ ਦੈਟ ਸ਼ੁੱਡ ਬੀ ਲਿਵਿੰਗ, ਠੀਕ ਹੈ, ਲਿਵਿੰਗ ਪਾਰਟ ਜਿਹੜਾ ਬਣੇਗਾ, ਜਿਹੜਾ ਪੂਰਾ ਪਰਫੋਰਮ ਕਰਦਾ ਫੰਕਸ਼ਨਸ, ਠੀਕ ਹੈ, ਉਹ ਕੀ ਬਣੇਗਾ, ਸੈੱਲ ਬਣੇਗਾ। ਵਿਚ ਹੈਜ਼ ਅ ਡੈਫੀਨੇਟ ਸਟਰਕਚਰ ਐਂਡ ਪਰਫੋਰਮਸ ਦਾ ਫੰਕਸ਼ਨ ਆਫ ਲਾਈਫ, ਠੀਕ ਹੈ। ਇਹ ਬੇਟਾ ਇਹਦਾ ਸਟਰਕਚਰ ਜਿਹੜਾ ਸੈੱਲ ਹੁੰਦਾ ਹੈ, ਆਪਣੀ ਬੋਡੀ ਵੀ ਬਹੁਤ ਸਾਰੇ ਸੈੱਲਸ ਦੀ ਬਣੀ ਹੈ, ਠੀਕ ਹੈ। ਇਹਦਾ ਸਟਰਕਚਰ ਡੈਫੀਨੇਟ ਹੁੰਦਾ ਹੈ, ਠੀਕ ਹੈ, ਅਤੇ ਵੱਖ-ਵੱਖ ਜਿਹੜੇ ਤਰ੍ਹਾਂ ਦੇ ਫੰਕਸ਼ਨ ਆ, ਠੀਕ ਹੈ, ਪਲੇ ਕਰਦਾ ਹੈ, ਰੋਲ ਪਲੇ ਕਰਦਾ ਹੈ, ਠੀਕ ਹੈ, ਆਪਣੀ ਲਾਈਫ ਦੇ ਵਿੱਚ। ਅ ਸੈੱਲ ਸ਼ੋਜ਼ ਆਲ ਦਾ ਕਰੈਕਟਰਿਸਟਿਕਸ ਆਫ ਲਿਵਿੰਗ ਥਿੰਗ। ਸੈੱਲ ਜਿਹੜਾ ਆ ਉਹ ਲਿਵਿੰਗ ਆਰਗੈਨਿਜ਼ਮ ਦੇ ਸਾਰੇ ਕਰੈਕਟਰਿਸਟਿਕ, ਸਾਰੇ ਲੱਛਣ ਉਹਦੇ 'ਚ ਪਾਏ ਜਾਂਦੇ ਆ। ਉਹ ਰੈਸਪੀਰੇਟ ਕਰਦਾ, ਸਾਹ ਲੈਂਦਾ ਹੈ, ਨਿਊਟ੍ਰੀਸ਼ਨ, ਠੀਕ ਹੈ, ਭੋਜਨ ਲੈਂਦਾ ਹੈ, ਰਿਪਰੋਡਕਸ਼ਨ, ਠੀਕ ਹੈ, ਰੀਪਰੋਡਿਊਸ ਕਰਦਾ ਆ, ਠੀਕ ਹੈ, ਐਂਡ ਰਿਸਪੌਂਡਸ ਟੂ ਸਟਿਮੂਲਸ ਜਿਹੜੇ ਬਾਹਰੀ ਹੁੰਦੇ ਉਹਨਾਂ ਨੂੰ ਰਿਸਪੌਂਡ ਕਰਦਾ ਹੈ, ਠੀਕ ਹੈ। ਆਲ ਦਾ ਲਿਵਿੰਗ ਆਰਗੈਨਿਜ਼ਮਸ ਆਰ ਮੇਡ ਅਪ ਆਫ ਵਨ ਔਰ ਮੋਰ ਸੈੱਲਸ। ਸਾਰੇ ਲਿਵਿੰਗ ਆਰਗੈਨਿਜ਼ਮਸ ਇੱਕ ਜਾਂ ਇੱਕ ਤੋਂ ਜ਼ਿਆਦਾ ਸੈੱਲਸ ਦੇ ਬਣੇ ਹੁੰਦੇ ਆਪਣੇ ਕੋਲ, ਠੀਕ ਹੈ। ਸੋ ਨੈਕਸਟ ਇਜ਼ discovery of cell. In this we are going to study that in 1665 1665 ਦੇ ਵਿੱਚ ਰੋਬਰਟ ਹੁਕ, ਠੀਕ ਹੈ, ਅੰਗਰੇਜ਼ ਆਦਮੀ ਸੀਗਾ, ਉਹਨੇ ਸਭ ਤੋਂ ਪਹਿਲਾਂ ਡਿਸਕਵਰਡ ਕੀਤਾ ਜਿਹੜਾ ਸੈੱਲ, ਠੀਕ ਹੈ। ਉਹਨੇ ਕੀ ਦੇਖਿਆ, ਕਾਰਕ, ਜਿਹੜਾ ਕਿ ਬੇਟਾ ਦਰਖਤਾਂ ਦੀ ਛੱਲ, ਬਾਰਕ ਹੁੰਦੀ ਨਾ ਛੱਲ, ਠੀਕ ਹੈ, ਜਿਹੜਾ ਉਹਨਾਂ ਦੇ ਤਣੇ ਦੀ ਛੱਲ ਹੁੰਦੀ ਮੋਟੀ ਸਾਰੀ, ਠੀਕ ਹੈ, ਉਹਦੇ ਵਿੱਚੋਂ, ਠੀਕ ਹੈ, ਮਿਲਦਾ ਹੈ ਆਪਾਂ ਨੂੰ ਕਾਰਕ, ਠੀਕ ਹੈ। ਉਹਨੇ ਉਹਦੀਆਂ ਸਲਾਈਸਿਸ ਨੂੰ ਮਾਈਕਰੋਸਕੋਪ ਦੇ ਅੰਡਰ ਰੱਖ ਕੇ ਦੇਖਿਆ, ਅਤੇ ਉਹਨੇ ਕੀ ਦੇਖਿਆ ਉਹਦੇ ਵਿੱਚ, ਠੀਕ ਹੈ। ਸਭ ਤੋਂ ਪਹਿਲਾਂ ਉਹਨੇ ਜੋ ਵੀ ਦੇਖਿਆ, ਠੀਕ ਹੈ, ਅਤੇ ਉਹਨੇ ਜਿਹੜੀਆਂ ਪਿਕਚਰਸ ਓਬਜ਼ਰਵ ਕੀਤੀਆਂ ਉਹਨਾਂ ਨੂੰ ਬੁੱਕ ਦੇ ਵਿੱਚ ਪਬਲਿਸ਼ ਕੀਤਾ, ਮਾਈਕਰੋਗ੍ਰਾਫੀਆ, ਠੀਕ ਹੈ, ਮਤਲਬ ਸਮਾਲ ਪਿਕਚਰਸ। ਜਿਹੜੀ ਬੁੱਕ ਦੇ ਵਿੱਚ ਸਮਾਲ ਪਿਕਚਰਸ ਸੀਗੀਆਂ, ਮਤਲਬ ਛੋਟੇ, ਠੀਕ ਹੈ, ਮਾਈਕਰੋ ਆਰਗੈਨਿਜ਼ਮਸ ਦੀਆਂ ਕਹਿ ਲਓ, ਠੀਕ ਹੈ, ਬਹੁਤ ਛੋਟੇ ਮਾਈਕਰੋਸਕੋਪਿਕ ਪਿਕਚਰ ਸੀਗੀਆਂ ਜਿਹੜੀ ਬੁੱਕ ਦੇ ਵਿੱਚ, ਉਹਦੇ ਵਿੱਚ ਉਹਨੇ ਪਬਲਿਸ਼ ਕੀਤਾ। ਉਹਨੇ ਕੀ ਦੇਖਿਆ ਕਿ ਬਹੁਤ ਸਾਰੇ ਲਿਟਲ ਬਾਕਸਿਸ ਅਤੇ ਕੰਪਾਰਟਮੈਂਟਸ, ਛੋਟੇ ਬਾਕਸ, ਠੀਕ ਹੈ, ਉਹਨੂੰ ਜਾਂ ਕੰਪਾਰਟਮੈਂਟਸ ਕਹਿ ਲਓ, ਠੀਕ ਹੈ, ਉਸ ਕਾਰਕ ਦੀ ਸਲਾਈਸ ਦੇ ਵਿੱਚ ਦੇਖਿਆ ਉਹਨੇ। ਦੀਜ਼ ਟਾਈਨੀ ਬਾਕਸਿਸ ਅਪੀਅਰਡ ਲਾਈਕ ਹਨੀਕੌਮ, ਠੀਕ ਹੈ। ਇਹ ਉਹਨੂੰ ਕਿਵੇਂ ਲੱਗਾ, ਜਿਵੇਂ ਇੱਕ ਮੱਖੀਆਂ ਦਾ ਛੱਤਾ ਹੁੰਦਾ ਨਾ, ਉਹਦੇ ਵਿੱਚ ਛੋਟੇ ਬਾਕਸ ਟਾਈਪ ਆਪਾਂ ਨੂੰ ਮਿਲਦੇ ਆ, ਠੀਕ ਹੈ। ਉਹਨੂੰ ਇਹ ਜਿਹੜੇ ਬਾਕਸ ਸੀਗੇ ਛੋਟੇ ਨਜ਼ਰ ਆਏ, ਉਹ ਇਸ ਤਰ੍ਹਾਂ ਲੱਗੇ ਜਿਵੇਂ ਹਨੀਕੌਮ ਦੀ ਤਰ੍ਹਾਂ। ਫॉर ਦਿਸ ਰੀਜ਼ਨ ਦਾ ਸਟਰਕਚਰ ਸੀਨ ਬਾਏ ਹੁਕ ਵਾਸ ਕਾਲਡ ਹਨੀਕੰਬ ਸਟਰਕਚਰ। ਇਹਦੇ ਕਰਕੇ ਉਹਨੇ ਜਿਹੜਾ ਸਟਰਕਚਰ ਦੇਖਿਆ ਉਹਨੂੰ ਕੀ ਨਾਮ ਦਿੱਤਾ ਗਿਆ, ਹਨੀਕੰਬ ਸਟਰਕਚਰ। ਹੀ ਗੇਵ ਦਾ ਟਰਮ ਸੈੱਲ ਟੂ ਈਚ ਬਾਕਸ। ਸੈੱਲ ਮੀਨਸ ਲਿਟਲ ਰੂਮ ਇਨ ਲੈਟਿਨ। ਉਹਨੇ ਇੱਕ ਬਾਕਸ ਨੂੰ ਕੀ ਨਾਮ ਦਿੱਤਾ, ਦਾ ਸੈੱਲ, ਠੀਕ ਹੈ। What Hooke observed as boxes or cells in the cork were actually dead cells। ਜੋ ਉਹਨੇ observe ਕੀਤਾ ਸੀਗਾ ਸਲਾਈਸਿਸ ਦੇ ਵਿੱਚ, ਰੋਬਰਟ ਹੁੱਕ ਨੇ, ਉਹਦੇ ਵਿੱਚ ਬੇਸਿਕਲੀ ਉਹਨੇ ਡੈਡ ਸੈੱਲਸ ਨੂੰ observe ਕੀਤਾ ਸੀ। ਵੈਰੀ ਲਿਟਲ ਵਾਸ ਡਿਸਕਵਰਡ ਅਬਾਊਟ ਦਾ ਸੈੱਲ ਫॉर ਦਾ ਨੈਕਸਟ 150 years, ਠੀਕ ਹੈ। ਅਗਲੇ 150 ਸਾਲ ਤੱਕ ਜਿਹੜੀ ਆ ਬਹੁਤ ਥੋੜ੍ਹਾ ਕੰਮ ਜਿਹੜਾ ਇਹਦੇ ਉੱਤੇ ਹੋਇਆ ਸੈੱਲ ਦੇ ਬਾਰੇ, ਠੀਕ ਹੈ। ਵਿਦ ਦਾ ਡਿਵੈਲਪਮੈਂਟ ਆਫ ਇੰਪਰੂਵਡ, ਜਿਵੇਂ ਇੰਪਰੂਵਡ ਵਧੀਆ ਮਾਈਕਰੋਸਕੋਪਸ, ਇਲੈਕਟ੍ਰੋਨਿਕ ਮਾਈਕਰੋਸਕੋਪਸ, ਠੀਕ ਹੈ, ਵਿਦ ਇਫੈਕਟਿਵ ਸਟੇਨਿੰਗ ਮੈਥਡਸ, ਠੀਕ ਹੈ, ਆਪਣੇ ਕੋਲ ਆਉਂਦੇ ਗਏ ਨਾਲ ਆਉਣ ਵਾਲੇ ਸਾਲਾਂ 'ਚ, ਠੀਕ ਹੈ। ਉਹਦੀ ਡਿਸਕਵਰੀ ਤੋਂ ਬਾਅਦ ਤਿਵੇਂ ਆਪਾਂ ਨੂੰ ਜਿਹੜਾ ਸੈੱਲ ਦੇ ਸਟਰਕਚਰ, ਢਾਂਚੇ ਬਾਰੇ ਅਤੇ ਉਹਦੇ ਜਿਹੜੇ ਕੰਮਾਂ ਬਾਰੇ ਪਤਾ ਚੱਲਦਾ ਗਿਆ। ਆਰਗੇਨਾਈਜੇਸ਼ਨ ਆਫ ਦਾ ਸੈੱਲਸ ਇਨ ਆਰਗੈਨਿਜ਼ਮਸ। The cells usually group together to make tissues, organ systems and finally organisms। ਬੇਟਾ ਸੈੱਲ ਜਿਹੜੇ ਆ ਸਭ ਤੋਂ ਛੋਟਾ ਬੇਸਿਕ ਯੂਨਿਟ ਆ, ਇਹਨੂੰ ਮਿਲ ਕੇ ਟਿਸ਼ੂਜ਼ ਬਣਦੇ, ਠੀਕ ਹੈ। ਦੈਨ ਔਰਗਨਸ ਬਣਦੇ, ਠੀਕ ਹੈ। ਔਰਗਨਸ ਤੋਂ ਔਰਗਨ ਸਿਸਟਮ ਬਣਦਾ ਪੂਰਾ, ਠੀਕ ਹੈ। ਔਰਗਨ ਸਿਸਟਮ ਤੋਂ
ਫਾਈਨਲੀ ਪੂਰਾ ਇੱਕ ਆਰਗੈਨਿਜ਼ਮ ਬਣਦਾ ਹੈ। ਠੀਕ ਹੈ, ਹੁਣ ਇਹਨੂੰ ਆਪਾਂ ਜਿਹੜਾ ਹੈ ਉਹ ਡਿਟੇਲ 'ਚ ਸਟੱਡੀ ਕਰਨਾ। ਲੈਫਟ ਦੇ ਉੱਤੇ ਤੁਸੀਂ ਫਿਗਰ 7.2 ਦੇ ਵਿੱਚ ਦੇਖ ਰਹੇ ਹੋ ਕਾਰਕ ਸੈਲਸ ਐਜ਼ ਅਬਜ਼ਰਵਡ ਬਾਈ ਹੁੱਕ। ਉਹ ਜਿਹੜੀ ਪਿਕਚਰ ਉਹ ਦਿਖਾਈ ਗਈ ਹੈ। ਠੀਕ ਹੈ, ਜਿਵੇਂ ਹੁੱਕ ਨੇ ਦੇਖਿਆ ਮੀਟ ਅ ਮਸਲ ਟਿਸ਼ੂ। ਠੀਕ ਹੈ, ਮਸਲ ਟਿਸ਼ੂ ਜਿਹੜਾ ਹੈ ਮੀਟ ਦੇ ਵਿੱਚ ਦਿਖਾਇਆ ਗਿਆ। ਠੀਕ ਹੈ, ਨੈਕਸਟ ਹੁਣ ਅ ਟਿਸ਼ੂ ਇਜ਼ ਅ ਗਰੁੱਪ ਆਫ ਸੈਲਸ ਆਫ ਦਾ ਸੇਮ ਸਾਈਜ਼ ਸ਼ੇਪ ਐਂਡ ਫੰਕਸ਼ਨ। ਟਿਸ਼ੂ ਕਿਹੜੇ ਸੈਲਸ ਤੋਂ ਮਿਲ ਕੇ ਬਣਦਾ ਹੈ? ਉਹ ਵਾਲੇ ਸੈਲਸ ਜਿਹੜੇ ਸੇਮ ਸਾਈਜ਼ ਦੇ ਹੁੰਦੇ, ਉਹਨਾਂ ਦੀ ਸ਼ੇਪ ਸੇਮ ਹੁੰਦੀ ਹੈ ਅਤੇ ਉਹਨਾਂ ਦਾ ਫੰਕਸ਼ਨ ਵੀ ਸੇਮ ਹੁੰਦਾ, ਇੱਕੋ ਫੰਕਸ਼ਨ ਹੁੰਦਾ। ਠੀਕ ਹੈ, ਉਹ ਵਾਲੇ ਸੈਲਸ ਦੇ ਗਰੁੱਪ ਨੂੰ ਆਪਾਂ ਕੀ ਬੋਲਦੇ ਹਾਂ? ਟਿਸ਼ੂ। ਐਗਜ਼ਾਮਪਲਸ ਆਫ ਸਮ ਟਿਸ਼ੂਜ਼ ਆਰ ਮਸਲ ਟਿਸ਼ੂਜ਼ ਐਂਡ ਨਰਵ ਟਿਸ਼ੂਜ਼। ਠੀਕ ਹੈ, ਇਹਦੇ ਵਿੱਚ ਐਗਜ਼ਾਮਪਲਸ ਕੀ ਆ ਜਾਂਦੀਆਂ? ਮਸਲ ਮਾਸਪੇਸ਼ੀਆਂ ਦੇ ਜਿਹੜੇ ਟਿਸ਼ੂ ਹੈਗੇ। ਠੀਕ ਹੈ, ਨਰਵ ਟਿਸ਼ੂਜ਼ ਨਾੜੀ ਤੰਤਰ ਦੇ ਜਿਹੜੇ ਟਿਸ਼ੂ। ਠੀਕ ਹੈ, ਐਨ ਔਰਗਨ ਇਜ਼ ਅ ਸਟਰਕਚਰ ਦੈਟ ਕੰਟੇਨਸ ਮੋਰ ਦੈਨ ਵਨ ਟਾਈਪ ਆਫ ਟਿਸ਼ੂਜ਼। ਅਤੇ ਉਹਨਾਂ ਹੁਣ ਸੈਲਸ ਨੂੰ ਮਿਲ ਕੇ ਟਿਸ਼ੂ ਬਣਦਾ, ਟਿਸ਼ੂਜ਼ ਨੂੰ ਮਿਲ ਕੇ ਵੱਖ-ਵੱਖ ਤਰ੍ਹਾਂ ਦੇ ਟਿਸ਼ੂਜ਼ ਨੂੰ ਮਿਲ ਕੇ ਆਪਣੇ ਕੋਲ ਔਰਗਨ ਬਣਦਾ ਹੈ। ਠੀਕ ਹੈ, ਇਟ ਇਜ਼ ਨੋਰਮਲੀ ਬਿਗ ਇਨਫ ਟੂ ਸੀਨ ਵਿਦ ਨੇਕਡ ਆਈ। ਔਰਗਨ ਜਿਹੜਾ ਹੈ ਉਹ ਇੰਨਾ ਕੁ ਵੱਡਾ ਹੁੰਦਾ ਕਿ ਆਪਾਂ ਉਹਨੂੰ ਠੀਕ ਹੈ ਨੇਕਡ ਆਈ ਨਾਲ ਦੇਖ ਸਕਦੇ ਹਾਂ। ਐਗਜ਼ਾਮਪਲਸ ਆਫ ਸਮ ਔਰਗਨਸ ਆਰ ਹਾਰਟ, ਬ੍ਰੇਨ ਇਨ ਐਨੀਮਲਸ ਐਂਡ ਲੀਵਸ, ਰੂਟਸ, ਸਟੈਮਸ ਇਨ ਪਲਾਂਟਸ। ਹੁਣ ਇਹ ਜਿਹੜੇ ਵੱਖ-ਵੱਖ ਤਰ੍ਹਾਂ ਦੇ ਔਰਗਨ ਆ, ਠੀਕ ਹੈ, ਉਹਨਾਂ ਦੀ ਐਗਜ਼ਾਮਪਲ ਕੀ ਹੈਗੀ ਆ? ਹਾਰਟ ਆਪਣਾ ਦਿਲ ਹੋ ਗਿਆ, ਆਪਣਾ ਦਿਮਾਗ ਹੋ ਗਿਆ। ਲੈਫਟ ਸਾਈਡ ਦੇ ਉੱਤੇ ਫਿਗਰ 7.4 'ਚ ਦੇਖੋ ਬ੍ਰੇਨ ਔਰਗਨ ਜਿਹੜਾ ਸ਼ੋ ਕੀਤਾ ਹੋਇਆ। ਠੀਕ ਹੈ, ਨੈਕਸਟ ਟੂ ਬ੍ਰੇਨ ਇਜ਼ ਇਨ ਪਲਾਂਟਸ ਦੇਅਰ ਆਰ ਲੀਵਸ, ਰੂਟਸ ਜੜ੍ਹਾਂ ਉਹਦੀਆਂ। ਠੀਕ ਹੈ, ਤਣਾ ਪਲਾਂਟ ਦਾ, ਇਹ ਸਾਰੇ ਕੀ ਹੈ? ਔਰਗਨ। ਦਾ ਔਰਗਨਸ ਡੂ ਨਾਟ ਵਰਕ ਅਲੋਨ। ਹੁਣ ਇੱਕ ਔਰਗਨ ਇਕੱਲਾ ਹੋਏਗਾ ਅਤੇ ਉਹ ਪਰਫੋਰਮ ਨਹੀਂ ਕਰ ਪਾਏਗਾ, ਆਪਣਾ ਫੰਕਸ਼ਨ ਨਹੀਂ ਪਰਫੋਰਮ, ਕੰਮ ਨਹੀਂ ਕਰ ਪਾਏਗਾ। ਠੀਕ ਹੈ, ਯੂਜੂਅਲੀ ਅ ਨੰਬਰ ਆਫ ਔਰਗਨਸ ਵਰਕ ਟੂਗੈਦਰ ਟੂ ਕੈਰੀ ਆਊਟ ਅ ਸਰਟਨ ਫੰਕਸ਼ਨ। ਯੂਜੂਅਲੀ ਆਮ ਤੌਰ 'ਤੇ ਕੀ ਹੁੰਦਾ ਹੈ ਕਿ ਕਾਫੀ ਸਾਰੇ ਔਰਗਨ ਮਿਲ ਕੇ ਠੀਕ ਹੈ ਇੱਕ ਸਰਟਨ ਕੰਮ, ਕੋਈ ਫੰਕਸ਼ਨ ਜਿਹੜਾ ਸਰਟਨ ਫੰਕਸ਼ਨ ਪਰਫੋਰਮ ਕਰਦੇ ਆ ਮਿਲ ਕੇ। ਅ ਗਰੁੱਪ ਆਫ ਔਰਗਨਸ ਵਰਕਿੰਗ ਟੂਗੈਦਰ ਇਜ਼ ਕਾਲਡ ਐਨ ਔਰਗਨ ਸਿਸਟਮ। ਹੁਣ ਟਿਸ਼ੂਜ਼ ਨੂੰ ਮਿਲ ਕੇ ਔਰਗਨ ਬਣਦਾ, ਵੱਖ-ਵੱਖ ਤਰ੍ਹਾਂ ਦੇ ਔਰਗਨਸ ਨੂੰ ਮਿਲ ਕੇ ਇੱਕ ਪੂਰਾ ਔਰਗਨ ਸਿਸਟਮ ਬਣਦਾ ਹੈ ਜਿਹੜਾ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਦਾ ਹੈ। ਯੂਅਰ ਡਾਈਜੈਸਟਿਵ ਸਿਸਟਮ ਇਜ਼ ਐਨ ਔਰਗਨ ਸਿਸਟਮ। ਹੁਣ ਆਪਣਾ ਡਾਈਜੈਸਟਿਵ ਸਿਸਟਮ ਜਿਹਦੇ ਵਿੱਚ ਕੀ ਹੈਗਾ? ਮਾਊਥ ਹੈਗਾ, ਆਪਣਾ ਫੂਡ ਪਾਈਪ, ਉਹਦੇ ਵੱਖ-ਵੱਖ ਡਾਈਜੈਸਟਿਵ ਸਿਸਟਮ ਦੇ ਪਾਰਟਸ ਹੈ। ਮਾਊਥ, ਫੂਡ ਪਾਈਪ ਹੋ ਗਈ, ਠੀਕ ਹੈ, ਸਟਮਕ ਹੋ ਗਿਆ ਐਂਡ ਦਾ ਇੰਟੈਸਟਾਈਨਸ। ਠੀਕ ਹੈ, ਅੰਤੜੀਆਂ ਹੋ ਗਈਆਂ ਆਪਣੀਆਂ। ਇਹ ਸਾਰੇ ਮਿਲ ਕੇ ਕੀ ਬਣਦਾ ਪਿਆ? ਔਰਗਨ ਸਿਸਟਮ ਬਣਦਾ ਪਿਆ। The organs taking part in the digestive system are mouth, food pipe, the stomach and intestines. Each organ has a small function, special function to perform. ਹੁਣ ਆਪਣੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਔਰਗਨਸ ਹੁੰਦੇ ਆ, ਠੀਕ ਹੈ, ਉਹ ਕੀ ਕਰਦੇ ਆ? ਅਲੱਗ-ਅਲੱਗ ਜਿਹੜੇ ਕੰਮ ਜਿਹੜੇ ਉਹਨਾਂ ਨੂੰ ਪਰਫੋਰਮ ਕਰਦੇ ਆ। ਟੂਗੈਦਰ ਦੇ ਡਾਈਜੈਸਟ ਫੂਡ। ਹੁਣ ਇਹ ਸਾਰੇ ਔਰਗਨਸ ਡਾਈਜੈਸਟਿਵ ਸਿਸਟਮ ਦੇ ਮਿਲ ਕੇ ਆਪਣੇ ਭੋਜਨ ਨੂੰ ਪਹੁੰਚਾਉਣ ਵਿੱਚ, ਠੀਕ ਹੈ, ਪਹੁੰਚਾਉਣ ਵਿੱਚ ਮਦਦ ਕਰਦੇ ਆ। ਠੀਕ ਹੈ, ਸਿਮਿਲਰਲੀ ਦੇਅਰ ਆਰ ਡਿਫਰੈਂਟ ਔਰਗਨਸ ਇਨਵੋਲਵਡ ਇਨ ਅਦਰ ਔਰਗਨ ਸਿਸਟਮਸ। ਇਸੇ ਤਰ੍ਹਾਂ ਹੀ ਵੱਖ-ਵੱਖ ਔਰਗਨ ਸਿਸਟਮ ਜਿਹੜੇ ਆ, ਠੀਕ ਹੈ, ਉਹ ਵੱਖ-ਵੱਖ ਔਰਗਨਸ ਜਿਹੜੇ ਆ ਵੱਖ-ਵੱਖ ਔਰਗਨ ਸਿਸਟਮਸ ਦੇ ਵਿੱਚ ਇਨਵੋਲਵ ਹੁੰਦੇ ਆ। ਠੀਕ ਹੈ, ਐਂਡ ਨੈਕਸਟ ਇਜ਼ ਯੈਸ ਐਗਜ਼ਾਮਪਲ ਦਿੱਤੀ ਹੋਈ ਔਰਗਨਸ ਇਨ ਅ ਪਲਾਂਟ, ਫਲਾਰ, ਬਡ, ਫਰੂਟ, ਲੀਫ, ਸਟੈਮ, ਰੂਟਸ। ਠੀਕ ਹੈ, ਉਹਦੀਆਂ ਐਗਜ਼ਾਮਪਲਸ ਜਿਹੜੀਆਂ ਡਾਇਗਰਾਮੈਟਿਕਲੀ ਸ਼ੋ ਕੀਤੀਆਂ ਹੋਈਆਂ। ਹੁਣ ਆਪਾਂ ਇਹ ਜਿਹੜੀ ਫਲੋ ਚਾਰਟ ਹੈਗਾ ਉਹਦੇ 'ਚ ਕੀ ਸ਼ੋ ਕੀਤਾ ਉਹਨੇ ਬੇਟਾ? ਸੈੱਲ ਸਭ ਤੋਂ ਬੇਸਿਕ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਹੈ ਆਪਣੀ ਬਾਡੀ ਦਾ। ਸੈੱਲਸ ਨੂੰ ਮਿਲ ਕੇ ਟਿਸ਼ੂ ਬਣਦਾ ਹੈ। ਠੀਕ ਹੈ, ਸੇਮ ਤਰ੍ਹਾਂ ਦੇ ਸੈੱਲਸ ਨੂੰ ਮਿਲ ਕੇ ਇੱਕ ਟਿਸ਼ੂ ਬਣਦਾ ਹੈ। ਠੀਕ ਹੈ, ਟਿਸ਼ੂਜ਼ ਤੋਂ ਅੱਗੇ ਔਰਗਨਸ ਬਣਦੇ ਆ। ਠੀਕ ਹੈ, ਡਿਫਰੈਂਟ ਟਿਸ਼ੂਜ਼ ਗਰੁੱਪ ਟੂਗੈਦਰ ਫੋਰਮ ਐਨ ਔਰਗਨ। ਦੈਨ ਨੰਬਰ ਆਫ ਡਿਫਰੈਂਟ ਔਰਗਨਸ, ਠੀਕ ਹੈ, ਨੂੰ ਮਿਲਾ ਕੇ ਇੱਕ ਔਰਗਨ ਸਿਸਟਮ ਬਣਦਾ ਹੈ। ਠੀਕ ਹੈ, ਔਰਗਨ ਸਿਸਟਮ ਵੱਖ-ਵੱਖ ਨੂੰ ਮਿਲਾ ਕੇ ਇੱਕ ਪੂਰਾ ਔਰਗੈਨਿਜ਼ਮ ਜਿਹੜਾ ਉਹ ਬਣਦਾ ਹੈ, ਜਿਹੜਾ ਕਿ ਮਲਟੀ ਸੈਲੂਲਰ ਹੁੰਦਾ ਹੈ। ਮਲਟੀ ਸੈਲੂਲਰ ਮੀਨਸ ਇੱਕ ਤੋਂ ਜ਼ਿਆਦਾ ਸੈੱਲਾਂ ਵਾਲਾ। ਯੂਨੀਸੈਲੂਲਰ ਮੀਨਸ ਇੱਕ ਸੈੱਲ ਵਾਲਾ, ਮਲਟੀ ਸੈਲੂਲਰ ਮੀਨਸ ਇੱਕ ਤੋਂ ਜ਼ਿਆਦਾ ਸੈੱਲਾਂ ਵਾਲਾ। ਹੁਣ ਰਾਈਟ ਸਾਈਡ 'ਤੇ ਤੁਸੀਂ ਬ੍ਰਿਕ ਵਾਲ ਦੀ ਐਗਜ਼ਾਮਪਲ ਦੇਖ ਰਹੇ ਹੋ। ਠੀਕ ਹੈ, ਜਿਹਦੇ ਵਿੱਚ ਕੀ ਆ? ਬ੍ਰਿਕਸ, ਇੱਕ ਵਾਲ ਦੇ ਵਿੱਚ ਬ੍ਰਿਕਸ ਜਿਹੜੀਆਂ ਲੱਗੀਆਂ ਹੋਈਆਂ। ਠੀਕ ਹੈ, ਇਹ ਉਹਨੇ ਅਨੀਅਨ ਪੀਲ, ਠੀਕ ਹੈ, ਜਿਹੜਾ ਗੰਢੇ ਦਾ ਛਿਲਕਾ, ਪਿਆਜ਼ ਦਾ ਛਿਲਕਾ ਜਿਹੜਾ ਉਹ ਤੁਸੀਂ ਉਹਨੂੰ ਮਾਈਕਰੋਸਕੋਪਿਕਲੀ ਉਹਨੂੰ ਦਿਖਾਇਆ ਗਿਆ। ਠੀਕ ਹੈ, ਅਤੇ ਇਹਦਾ ਜਿਹੜਾ ਬ੍ਰਿਕ ਵਾਲ ਦਾ ਅਤੇ ਅਨੀਅਨ ਪੀਲ ਦਾ ਜਿਹੜਾ ਸਟਰਕਚਰ ਹੈਗਾ, ਠੀਕ ਹੈ, ਉਹ ਧਿਆਨ ਨਾਲ ਦੇਖੋ ਤੁਸੀਂ, ਆਲਮੋਸਟ ਮਿਲਦਾ ਜੁਲਦਾ ਇੱਕ ਦੂਜੇ ਨਾਲ। ਠੀਕ ਹੈ, ਜਿਵੇਂ ਬ੍ਰਿਕ ਵਾਲ ਦੇ ਵਿੱਚ ਬ੍ਰਿਕਸ ਜਿਹੜਾ ਉਹ
ਸੈਲਸ ਦਾ ਰੋਲ ਪਲੇ ਕਰਦੀਆਂ ਪਈਆਂ ਮੰਨ ਲਓ, ਠੀਕ ਹੈ ਨਾ। ਅਲੱਗ-ਅਲੱਗ ਬ੍ਰਿਕਸ ਜਿਹੜੀਆਂ ਉਹ ਸੈਲਸ ਦਾ ਰੋਲ ਪਲੇ ਕਰਦੀਆਂ ਪਈਆਂ। ਨੈਕਸਟ ਇਜ਼ ਸੈਲਸ ਇਨ ਐਨ ਆਰਗੈਨਿਜ਼ਮ ਵਰਸਿਸ ਬ੍ਰਿਕ ਇਨ ਅ ਬਿਲਡਿੰਗ, ਠੀਕ ਹੈ। ਆਪਾਂ ਨੂੰ ਪਤਾ ਕਿ ਕੋਈ ਵੀ ਆਰਗੈਨਿਜ਼ਮ, ਲਿਵਿੰਗ ਆਰਗੈਨਿਜ਼ਮਸ ਵੱਖ-ਵੱਖ ਤਰ੍ਹਾਂ ਦੇ ਸੈਲਸ ਦਾ ਬਣਿਆ ਹੋਇਆ। ਇਹਦਾ ਮਤਲਬ ਸੈਲ ਸਭ ਤੋਂ ਛੋਟਾ ਜਿਹੜਾ ਸਟਰਕਚਰਲ ਅਤੇ ਫੰਕਸ਼ਨਲ ਯੂਨਿਟ ਆ, ਠੀਕ ਹੈ। ਕੈਨ ਦਾ ਸੈਲ ਇਨ ਆਰਗੈਨਿਜ਼ਮ ਕੈਨ ਬੀ ਕੰਪੇਅਰ ਟੂ ਬ੍ਰਿਕਸ ਇਨ ਅ ਬਿਲਡਿੰਗ, ਠੀਕ ਹੈ। ਕਹਿੰਦਾ ਉਹੀ ਗੱਲ ਕਰ ਰਿਹਾ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬ੍ਰਿਕਸ ਜਿਹੜੀਆਂ ਵਾਲ ਦੇ ਵਿੱਚ ਉਹਨਾਂ ਨੂੰ ਸੈਲਸ ਦੇ ਨਾਲ ਕੰਪੇਅਰ ਕਰ ਲਿਆ, ਠੀਕ ਹੈ। ਪੂਰੀ ਵਾਲ ਨੂੰ ਇੱਕ ਆਰਗੈਨਿਜ਼ਮ ਦੇ ਤੌਰ 'ਤੇ ਲੈ ਰਿਹਾ ਉਹ, ਠੀਕ ਹੈ। ਜਿਵੇਂ ਬ੍ਰਿਕਸ ਨੂੰ ਮਿਲ ਕੇ ਵਾਲ ਬਣਦੀ ਆ, ਤਿਵੇਂ ਸੈਲਸ ਨੂੰ ਮਿਲ ਕੇ ਕੀ ਬਣਦਾ ਹੈ, ਇੱਕ ਆਰਗੈਨਿਜ਼ਮ ਜਿਹੜਾ ਹੈ ਉਹ ਬਣਦਾ ਹੈ, ਠੀਕ ਹੈ। ਹੁਣ ਇੱਕ ਇੰਪੋਰਟੈਂਟ ਆਸਪੈਕਟ ਦੇ ਤੌਰ 'ਤੇ ਇਹਨਾਂ 'ਚ ਕੋਈ ਡਿਫਰੈਂਸੀਏਸ਼ਨ ਵੀ ਹੈਗੀ, ਕਿ ਇਹਦੇ ਬੇਸ 'ਤੇ ਕਿ ਸੈਲਸ ਜਿਹੜੇ ਉਹ ਬੜੇ ਕੰਪਲੈਕਸ ਲਿਵਿੰਗ ਸਟਰਕਚਰ ਹੁੰਦੇ ਆ, ਠੀਕ ਹੈ। ਉਹਨਾਂ ਦਾ ਜਿਹੜਾ ਆਪਣਾ ਸਟਰਕਚਰ ਹੈ ਉਹ ਬੜਾ ਕੰਪਲੈਕਸ ਹੁੰਦਾ ਹੈ, ਸਿੰਪਲ ਨਹੀਂ ਹੁੰਦਾ, ਕੰਪਲੈਕਸ ਹੁੰਦਾ ਹੈ, ਠੀਕ ਹੈ। ਅਤੇ ਉਹ ਲਿਵਿੰਗ ਸਟਰਕਚਰ ਹੁੰਦੇ ਆ, ਠੀਕ ਹੈ। ਅਤੇ ਔਨ ਦੀ ਅਦਰ ਹੈਂਡ ਦਾ ਬ੍ਰਿਕਸ ਐਂਡ ਪੇਜਿਸ ਆਰ ਨੋਨ ਲਿਵਿੰਗ, ਠੀਕ ਹੈ। ਹੁਣ ਵੈਰਾਈਟੀ ਇਨ ਸੈੱਲ ਨੰਬਰ, ਸ਼ੇਪ ਐਂਡ ਸਾਈਜ਼, ਠੀਕ ਹੈ। ਸੈੱਲ ਦੇ ਨੰਬਰ ਦੇ ਵਿੱਚ ਕੀ ਵੇਰੀਏਸ਼ਨ ਹੈਗੀ ਆ, ਸ਼ੇਪ ਐਂਡ ਸਾਈਜ਼ ਦੇ ਵਿੱਚ, ਠੀਕ ਹੈ। ਅਲੱਗ-ਅਲੱਗ ਤੌਰ 'ਤੇ ਕਿੰਨੇ ਤਰ੍ਹਾਂ ਦੇ ਆਪਾਂ ਨੂੰ ਕਿਹੜੀ ਵੈਰਾਈਟੀ ਦੇ ਸੈੱਲਸ ਮਿਲਦੇ, ਠੀਕ ਹੈ। ਸੈੱਲ ਨੰਬਰਸ, ਨੰਬਰ 1 ਇਜ਼ ਯੂਨੀਸੈਲੂਲਰ ਐਂਡ ਮਲਟੀ ਸੈਲੂਲਰ ਆਰਗੈਨਿਜ਼ਮਸ। ਹੁਣ ਸਭ ਤੋਂ ਪਹਿਲਾਂ ਆਪਾਂ ਔਨ ਦਾ ਬੇਸਿਸ ਆਫ ਸੈੱਲ ਨੰਬਰਸ, ਠੀਕ ਹੈ, ਕਿਹੜੇ ਆਰਗੈਨਿਜ਼ਮਸ ਐਗਜ਼ਿਸਟ ਕਰਦੇ ਉਹਦੇ ਬਾਰੇ ਪੜ੍ਹਾਂਗੇ। ਯੂਨੀਸੈਲੂਲਰ ਮੀਨਸ, ਠੀਕ ਹੈ, ਸਿੰਗਲ ਸੈਲਡ ਆਰਗੈਨਿਜ਼ਮਸ, ਠੀਕ ਹੈ। ਐਂਡ organisms consisting of single cell are called unicellular organisms. Uni means one, cellular means cell, ठीक है। For example is yeast, amoeba, bacteria, singular bacterium, paramecium, euglena are the unicellular organisms. The single cell is a unicellular organism, performs all the necessary functions like respiration, nutrition, movement, growth and reproduction। ਇਹ ਜਿਹੜਾ ਯੂਨੀਸੈਲੂਲਰ ਆਰਗੈਨਿਜ਼ਮ ਹੈ ਇੱਕ ਸਿੰਗਲ ਸੈੱਲ ਦਾ ਬਣਿਆ ਹੁੰਦਾ ਅਤੇ ਇਹ ਸਾਰੇ ਫੰਕਸ਼ਨ ਪਰਫੋਰਮ ਕਰਦਾ ਹੈ, ਜਿਵੇਂ ਕਿ ਸਾਹ ਲੈਣਾ, ਠੀਕ ਹੈ, ਨਿਊਟ੍ਰੀਸ਼ਨ ਹੋ ਗਈ, ਮੂਵਮੈਂਟ, ਠੀਕ ਹੈ, ਹੋ ਗਈ, ਹਿਲਣਾ ਜੋ ਹਿਲਜੁਲ ਵੀ ਕਰਦਾ ਹੈ, ਗਰੋਥ ਕਰਦਾ ਹੈ, ਆਪਣੀ ਰੀਪਰੋਡਿਊਸ ਕਰਦਾ ਹੈ, ਠੀਕ ਹੈ। ਆਰਗੈਨਿਜ਼ਮਸ ਕੰਸਿਸਟਿੰਗ ਆਫ ਮੋਰ ਦੈਨ ਵਨ ਸੈੱਲ ਨੂੰ ਕੀ ਬੋਲਦੇ ਆ, ਇੱਕ ਤੋਂ ਜ਼ਿਆਦਾ ਸੈੱਲਾਂ ਵਾਲੇ ਆਰਗੈਨਿਜ਼ਮ ਨੂੰ ਮਲਟੀ ਸੈਲੂਲਰ, ਮਲਟੀ ਮੀਨਸ ਮੈਨੀ। ਲਾਰਜਰ ਲਿਵਿੰਗ ਥਿੰਗਸ ਆਰ ਮੇਡ ਅਪ ਆਫ ਮਿਲੀਅਨਸ ਔਰ ਟ੍ਰਿਲੀਅਨਸ ਆਫ ਸੈਲਸ, ਠੀਕ ਹੈ। ਜਿਹੜੇ ਵੱਡੀਆਂ ਲਿਵਿੰਗ ਥਿੰਗਸ ਹੈਗੀਆਂ ਬੇਟਾ ਉਹ ਮਿਲੀਅਨਸ ਆਫ ਸੈਲਸ, ਠੀਕ ਹੈ। ਦੇ ਕੰਟੇਨ ਟ੍ਰਿਲੀਅਨਸ ਆਫ ਸੈਲਸ। For example, all large organisms like cat, dog, fish, frog, elephant, human beings, mango tree, sunflower plant, and so on are multicellular organisms. They have given the examples of multicellular organisms. So, next is on the basis of cell shapes. Cells occur in different shapes and these shapes are related to their specific functions. ਹੁਣ ਵੱਖ-ਵੱਖ ਤਰ੍ਹਾਂ ਦੇ ਸੈਲਸ ਦੀ ਵੱਖ-ਵੱਖ ਤਰ੍ਹਾਂ ਦੀ ਸ਼ੇਪ ਹੁੰਦੀ ਹੈ, ਠੀਕ ਹੈ। ਅਤੇ ਉਹਨਾਂ ਦੀ ਸ਼ੇਪ ਕਿਹਦੇ ਨਾਲ ਰਿਲੇਟਡ ਹੁੰਦੀ ਆ, ਅਕੋਰਡਿੰਗ ਟੂ ਦਾ ਸਪੈਸੀਫਿਕ ਫੰਕਸ਼ਨ ਵਿਚ ਦੇ ਆਰ ਗੋਇੰਗ ਟੂ ਪਰਫੋਰਮ ਔਰ ਪਰਫੋਰਮਿੰਗ। ਜਿਹੜਾ ਫੰਕਸ਼ਨ ਉਹ ਪਰਫੋਰਮ ਕਰਦੇ ਆ, ਠੀਕ ਹੈ, ਉਹ ਸੈੱਲ ਅਕੋਰਡਿੰਗਲੀ ਉਹਨਾਂ ਦੀ ਕੀ ਹੁੰਦੀ ਆ, ਜਿਹੜੀ ਸ਼ੇਪ ਆ ਸੈਲਸ ਦੀ ਵੱਖ-ਵੱਖ ਹੁੰਦੀ ਹੈ।